ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਕੱਥੂ ਨੰਗਲ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਜੋ ਅੱਗੇ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਿਆਰਾ ਸੇਵਕ ਬਣਿਆ। ਬਚਪਨ ਵਿੱਚ ਜਿੱਥੇ ਬੱਚੇ ਖੇਡਾਂ ਵਿੱਚ ਰੁੱਝੇ ਰਹਿੰਦੇ, ਉਦੋਂ ਇਹ ਬਾਲਕ ਰੱਬ ਨੂੰ ਪ੍ਰਾਪਤ ਕਰਨ ਦੇ ਸਾਧਨ ਲੱਭਦਾ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਦੀਦਾਰ ਕਰਨਾ, 5 ਗੁਰੂਆਂ ਦੀ ਗੁਰਗੱਦੀ ਦੀ ਰਸਮ ਨਿਭਾਉਣਾ ਅਤੇ 113 ਸਾਲ ਗੁਰੂਆਂ ਦੀ ਸੇਵਾ ਵਿੱਚ ਲੱਗੇ ਰਹਿਣਾ, ਫਿਰ ਵੀ ਤਿਲ ਮਾਤਰ ਵੀ ਹੰਕਾਰ ਨਾ ਹੋਣਾ। ਅਸੀਂ ਗੱਲ ਕਰ ਰਹੇ ਹਾਂ ਪੂਰਨ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਦੀ। ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਬਾਬਾ ਬੁੱਢਾ ਜੀ ਦੇ ਜੀਵਨ ਨਾਲ ਜੁੜੀ ਕੁਝ ਵਿਸ਼ੇਸ਼ ਘਟਨਾਵਾਂ ਨੂੰ ਸਾਂਝਾ ਕਰ ਰਹੇ ਹਾਂ। ਬਾਬਾ ਬੁੱਢਾ ਜੀ ਦਾ ਜਨਮ। ਆਪ ਜੀ ਦਾ ਜਨਮ 1506 ਈਸਵੀ ਨੂੰ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਸੁੱਗਾ ਜੀ ਰੰਧਾਵਾ ਅਤੇ ਮਾਤਾ ਗੋਰਾ ਜੀ ਦੇ ਘਰ ਹੋਇਆ। ਬਚਪਨ ਵਿੱਚ ਆਪ ਜੀ ਦਾ ਨਾਂ ਭਾਈ ਬੂੜਾ ਰੱਖਿਆ ਗਿਆ। ਆਪ ਜੀ ਦੀ ਮਾਤਾ ਬਹੁਤ ਧਾਰਮਿਕ ਸੀ, ਜਿਸ ਦਾ ਪ੍ਰਭਾਵ ਆਪ ਜੀ ਦੇ ਉੱਤੇ ਵੀ ਪਿਆ। ਬਚਪਨ ਵਿੱਚ ਹੀ ਆਪ ਜੀ ਆਪਣੇ ਪਰਿਵਾਰ ਨਾਲ ਰਮਦਾਸ ਪਿੰਡ ਵਿੱਚ ਆ ਕੇ ਵਸ ਗਏ। ਹਰ ਸਾਲ ਆਪ ਜੀ ਦੇ ਪ੍ਰਕਾਸ਼ ਪੁਰਬ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਪ ਜੀ ਦੇ ਗੁਰਦੁਆਰੇ ਸ਼੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀਆਂ ਹਨ, ਜੋ ਕਿ ਕੱਥੂ ਨੰਗਲ ਵਿੱਚ ਸਥਿਤ ਹੈ। ਕਿਵੇਂ ਪਿਆ ਬਾਬਾ ਬੁੱਢਾ ਜੀ ਦਾ ਨਾਮ? ਕਿਹਾ ਜਾਂਦਾ ਹੈ ਕਿ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਧਰਮ ਦਾ ਪ੍ਰਚਾਰ ਕਰਨ ਖਾਤਰ ਭਾਈ ਮਰਦਾਨਾ ਜੀ ਦੇ ਨਾਲ ਬਾਬਾ ਬੁੱਢਾ ਜੀ ਦੇ ਪਿੰਡ ਰਮਦਾਸ ਪੁੱਜੇ। ਉਸ ਵੇਲੇ ਭਾਈ ਬੂੜਾ ਜੀ ਰੋਜ਼ ਦੀ ਹੀ ਤਰ੍ਹਾਂ ਮੱਝਾਂ ਚਰਾ ਰਹੇ ਸਨ। ਉਸੇ ਵੇਲੇ ਉਹਨਾਂ ਦੀ ਨਜ਼ਰ ਗੁਰੂ ਨਾਨਕ ਦੇਵ ਜੀ ਤੇ ਪਈ। ਗੁਰੂ ਜੀ ਦੇ ਨੂਰੀ ਮੁਖ ਨੂੰ ਵੇਖ ਕੇ ਭਾਈ ਬੂੜਾ ਜੀ ਬਹੁਤ ਪ੍ਰਭਾਵਿਤ ਹੋਏ। ਉਸੇ ਵੇਲੇ ਉਹ ਘਰ ਜਾ ਕੇ ਗੁਰੂ ਜੀ ਲਈ ਦੁੱਧ ਤੇ ਭੋਜਨ ਲੈ ਕੇ ਆਏ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤੇ ਗੁਰੂ ਨਾਨਕ ਦੇਵ ਜੀ ਸ਼ਬਦ ਗਾਉਂਦੇ। ਉਦੋਂ 12 ਸਾਲ ਦੇ ਹੋਏ ਭਾਈ ਬੂੜਾ ਜੀ ਰੋਜ਼ ਬਹੁਤ ਆਨੰਦ ਨਾਲ ਸਤਸੰਗ ਸੁਣਿਆ ਕਰਦੇ। ਗੁਰੂ ਜੀ ਲਈ ਭੋਜਨ ਲਿਆਉਣਾ ਅਤੇ ਸਤਸੰਗ ਸੁਣਨਾ ਉਹਨਾਂ ਦਾ ਰੋਜ਼ ਦਾ ਨਿਯਮ ਬਣ ਗਿਆ। ਇੱਕ ਦਿਨ ਦੀ ਗੱਲ ਹੈ, ਭਾਈ ਬੂੜਾ ਜੀ ਨੇ ਗੁਰੂ ਜੀ ਤੋਂ ਪੁੱਛਿਆ, ਹੇ ਗੁਰੂ ਜੀ, ਭੋਜਨ ਕਰਨ ਨਾਲ ਸਰੀਰ ਦੀ ਭੁੱਖ ਤਾਂ ਸ਼ਾਂਤ ਹੁੰਦੀ ਹੈ, ਪਰ ਮਨ ਦੀ ਭੁੱਖ ਕਿਵੇਂ ਸ਼ਾਂਤ ਹੋ ਸਕਦੀ ਹੈ? ਛੋਟੇ ਜਿਹੇ ਬੱਚੇ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਗੁਰੂ ਜੀ ਨੇ ਬੜੀ ਹੈਰਾਨੀ ਨਾਲ ਉਸ ਵੱਲ ਵੇਖਿਆ ਤੇ ਪੁੱਛਿਆ, ਨਿੱਕਿਆ, ਤੇਰੀ ਤੇ ਖੇਡਣ ਦੀ ਉਮਰ ਹੈ, ਪਰ ਗੱਲਾਂ ਤੋਂ ਬੁੱਢਿਆਂ ਵਾਲੀ ਕਰ ਰਿਹਾ ਹੈ। ਤਦ ਬਾਲਕ ਬੂੜਾ ਜੀ ਕਹਿਣ ਲੱਗੇ, ਇੱਕ ਵਾਰ ਦੀ ਗੱਲ ਹੈ, ਕੁਝ ਹਾਕਿਮਾਂ ਦੇ ਸਿਪਾਹੀ ਆਪਣੇ ਘੋੜਿਆਂ ਦੇ ਨਾਲ ਸਾਡੇ ਖੇਤਾਂ ਵਿੱਚ ਆ ਗਏ ਤੇ ਪੱਕੀ ਫਸਲਾਂ ਨੂੰ ਤੋੜ ਕੇ ਆਪਣੇ ਨਾਲ ਲੈ ਗਏ। ਨਾਲੇ ਕੱਚੀ ਫਸਲਾਂ ਨੂੰ ਘੋੜਿਆਂ ਨੇ ਆਪਣੇ ਪੈਰਾਂ ਨਾਲ ਦਬਾ ਕੇ ਬਰਬਾਦ ਕਰਤਾ। ਮੇਰੇ ਪਿਤਾ ਜੀ ਇਹ ਸਭ ਵੇਖ ਰਹੇ ਸਨ, ਪਰ ਕੁਝ ਵੀ ਨਾ ਕਰ ਸਕੇ। ਇਸ ਘਟਨਾ ਨੇ ਮੇਰੇ ਤੇ ਬਹੁਤ ਪ੍ਰਭਾਵ ਪਾਇਆ ਅਤੇ ਮੇਰੇ ਮਨ ਵਿੱਚ ਵਿਚਾਰ ਆਇਆ, ਜਿਵੇਂ ਕੱਚੀ ਫਸਲਾਂ ਨੂੰ ਘੋੜਿਆਂ ਨੇ ਆਪਣੇ ਪੈਰਾਂ ਤਲੇ ਦਬਾਤਾ, ਉਸੇ ਤਰ੍ਹਾਂ ਮੌਤ ਦਾ ਕੋਈ ਭਰੋਸਾ ਨਹੀਂ। ਇਹ ਤਾਂ ਬਚਪਨ ਵਿੱਚ ਵੀ ਆ ਸਕਦੀ ਹੈ। ਅਤੇ ਮੈਨੂੰ ਫਿਕਰ ਪੈ ਗਿਆ ਕਿ ਬਿਨਾਂ ਭਗਤੀ ਦੇ ਕਿੱਥੇ ਇਹ ਮਨੁੱਖੀ ਜੀਵਨ ਬਰਬਾਦ ਨਾ ਹੋ ਜਾਏ। 12 ਸਾਲ ਦੇ ਬੱਚੇ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕੁੱਟ ਕੇ ਉਹਨੂੰ ਆਪਣੇ ਗਲੇ ਨਾਲ ਲਾ ਲਿਆ ਤੇ ਕਿਹਾ, ਤੇਰੀ ਉਮਰ ਬੱਚਿਆਂ ਵਾਲੀ ਹੈ, ਪਰ ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ। ਇਸ ਲਈ ਅੱਜ ਤੋਂ ਬਾਅਦ ਤੇਰਾ ਨਾਮ ਹੈ ਬਾਬਾ ਬੁੱਢਾ। ਹੁਣ ਤੇ ਤੈਨੂੰ ਹਰ ਕੋਈ ਬਾਬਾ ਬੁੱਢਾ ਜੀ ਦੇ ਨਾਮ ਤੋਂ ਹੀ ਜਾਣਨਗੇ। ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਵਰ ਦਿੰਦਿਆਂ ਹੋਇਆਂ ਕਿਹਾ, ਤੇਰੇ ਤੋਂ ਓਲਾ ਕਦੀ ਨਾ ਹੋਸੀ, ਭਾਵ ਮੈਂ ਤੇਰੇ ਤੋਂ ਵੱਖ ਕਦੇ ਵੀ ਨਹੀਂ ਹੋਵਾਂਗਾ ਅਤੇ ਵੱਖ-ਵੱਖ ਰੂਪਾਂ ਵਿੱਚ ਮੇਰੇ ਦਰਸ਼ਨ ਤੈਨੂੰ ਹਮੇਸ਼ਾ ਹੋਣਗੇ। ਬਾਬਾ ਬੁੱਢਾ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਕਰਤਾਰਪੁਰ ਜਾਣਾ। ਬਾਬਾ ਜੀ ਨੂੰ ਗੁਰੂ ਨਾਨਕ ਦੇਵ ਜੀ ਨਾਲ ਰਹਿ ਕੇ ਸਤਸੰਗ ਕਰਨਾ ਬਹੁਤ ਪਸੰਦ ਸੀ। ਉਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋ ਚੁੱਕੇ ਸਨ ਅਤੇ ਉਹਨਾਂ ਨੇ ਆਪਣੀ ਬਾਕੀ ਦੀ ਜ਼ਿੰਦਗੀ ਗੁਰੂ ਜੀ ਨਾਲ ਬਿਤਾਉਣ ਦਾ ਫੈਸਲਾ ਕਰ ਲਿਆ।
ਬਾਬਾ ਬੁੱਢਾ ਜੀ ਦਾ ਘਰ ਛੱਡ ਕੇ ਕਰਤਾਰਪੁਰ ਜਾਣ ਦੀ ਗੱਲ ਸੁਣਦਿਆਂ ਹੀ ਉਹਨਾਂ ਦੇ ਮਾਤਾ ਪਿਤਾ ਗੁਰੂ ਨਾਨਕ ਦੇਵ ਜੀ ਨਾਲ ਗੱਲ ਕਰਨ ਆਏ। ਤਦ ਗੁਰੂ ਜੀ ਨੇ ਕਿਹਾ, ਤੁਹਾਡਾ ਬੱਚਾ ਹੁਣ ਬਾਬਾ ਬੁੱਢਾ ਬਣ ਚੁੱਕਿਆ ਹੈ ਅਤੇ ਇਸ ਬੱਚੇ ਦੀ ਬੜੀ ਲੰਮੀ ਉਮਰ ਹੋਵੇਗੀ। ਇਹ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਕਰਕੇ ਬਹੁਤ ਨਾਮ ਕਮਾਏਗਾ। ਗੁਰੂ ਜੀ ਦੇ ਅਜਿਹੇ ਸ਼ਬਦ ਸੁਣ ਕੇ ਮਾਤਾ ਪਿਤਾ ਨੇ ਆਪਣੇ ਬੱਚੇ ਨੂੰ ਗੁਰੂ ਜੀ ਨੂੰ ਹੀ ਸੌਂਪ ਦਿੱਤਾ। ਇਸ ਤਰ੍ਹਾਂ ਫਿਰ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਰਤਾਰਪੁਰ ਪਾਕਿਸਤਾਨ ਚਲੇ ਗਏ, ਜਿੱਥੇ ਉਹ ਖੇਤੀਬਾੜੀ ਕਰਦੇ, ਗੁਰਮੁਖੀ ਦੀ ਵਿੱਦਿਆ ਹਾਸਿਲ ਕਰਕੇ ਸਦਾ ਗੁਰਬਾਣੀ ਸਿਮਰਨ ਵਿੱਚ ਲੱਗੇ ਰਹਿੰਦੇ ਅਤੇ ਆਈ ਸੰਗਤ ਦੀ ਸੇਵਾ ਕਰਦੇ। ਇੱਥੇ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਨੂੰ ਪੂਰਨ ਰੂਪ ਤੋਂ ਆਪਣੇ ਜੀਵਨ ਵਿੱਚ ਅਪਣਾਇਆ। ਬਾਬਾ ਬੁੱਢਾ ਜੀ ਦਾ ਵਿਆਹ। ਬਾਬਾ ਜੀ ਦੇ ਮਾਤਾ ਪਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਲਈ ਅਤੇ ਬਾਬਾ ਬੁੱਢਾ ਜੀ ਨੂੰ ਆਪਣੇ ਪਿੰਡ ਲੈ ਆਏ ਤਾਂ ਜੋ ਉਹਨਾਂ ਦਾ ਵਿਆਹ ਕਰਵਾ ਸਕਣ। ਉਸ ਵਕਤ ਬਾਬਾ ਜੀ ਦੀ ਉਮਰ 17 ਵਰ੍ਹਿਆਂ ਦੀ ਸੀ। ਅਚਲ ਪਿੰਡ ਦੀ ਕੁੜੀ ਮੇਰੋਆ ਨਾਲ ਬਾਬਾ ਜੀ ਦਾ ਵਿਆਹ ਸੰਪੰਨ ਹੋ ਗਿਆ। ਮਾਪਿਆਂ ਨੇ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਬਾਬਾ ਜੀ ਘਰ ਵਿੱਚ ਹੀ ਵਸ ਜਾਣਗੇ, ਪਰ ਬਾਬਾ ਜੀ ਦਾ ਪਿਆਰ ਸਤਿਗੁਰੂ ਜੀ ਦੇ ਨਾਲ ਸੀ। ਇਸ ਲਈ ਉਹ ਕਰਤਾਰਪੁਰ ਪਰਤ ਆਏ ਅਤੇ ਸਤਿਗੁਰੂ ਜੀ ਤੇ ਸੰਗਤ ਦੀ ਸੇਵਾ ਵਿੱਚ ਰੁੱਝ ਗਏ। ਨਾਲੇ ਕਦੇ-ਕਦੇ ਆਪਣੇ ਘਰ ਜਾਇਆ ਕਰਦੇ। ਦੂਜੀ ਪਾਤਸ਼ਾਹੀ ਤੋਂ 6ਵੀਂ ਪਾਤਸ਼ਾਹੀ ਤੱਕ ਗੁਰਗੱਦੀ ਦੀ ਰਸਮ ਦੀ ਖੁਸ਼ਨਸੀਬੀ। ਬਾਬਾ ਜੀ ਦੀ ਸਾਦਗੀ, ਸ਼ਰਧਾ ਅਤੇ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੇਹ ਨੂੰ ਛੱਡਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦੀ ਰਸਮ ਬਾਬਾ ਬੁੱਢਾ ਜੀ ਤੋਂ ਹੀ ਕਰਵਾਈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ 5 ਪੈਸੇ ਤੇ ਨਾਰੀਅਲ ਦੀ ਭੇਟਾ ਰੱਖੀ ਅਤੇ ਉਹਨਾਂ ਦੀ ਪਰਿਕਰਮਾ ਕੀਤੀ। ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੱਥੇ ਤੇ ਤਿਲਕ ਲਗਾਇਆ ਅਤੇ ਉਹਨਾਂ ਦੀ ਪਰਿਕਰਮਾ ਕੀਤੀ। ਇਹ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨ ਨੂੰ ਛੂਹਿਆ ਅਤੇ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨ ਨੂੰ ਛੂ ਲਿਆ। ਇਸ ਤੋਂ ਬਾਅਦ ਸਾਰੀ ਸੰਗਤ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਨੂੰ ਛੂਹਿਆ। ਇਸ ਤਰ੍ਹਾਂ ਗੱਦੀ ਦੀ ਇਹ ਪਰੰਪਰਾ ਬਾਬਾ ਜੀ ਨੇ 6ਵੀਂ ਪਾਤਸ਼ਾਹੀ ਤੱਕ ਨਿਭਾਈ। ਪਹਿਲੇ ਗ੍ਰੰਥੀ ਦੀ ਉਪਾਧੀ। 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੇ ਬਾਬਾ ਬੁੱਢਾ ਜੀ ਨੂੰ ਸਿੱਖਾਂ ਦੇ ਪਵਿੱਤਰ ਗੁਰਦੁਆਰੇ ਸ੍ਰੀ ਹਰਮੰਦਰ ਸਾਹਿਬ ਵਿੱਚ ਪਹਿਲਾ ਗ੍ਰੰਥੀ ਨਿਯੁਕਤ ਕੀਤਾ। ਉਦੋਂ ਬਾਬਾ ਜੀ ਦੀ ਉਮਰ 98 ਸਾਲਾਂ ਦੀ ਸੀ। ਇਸ ਸ਼ੁਭ ਅਵਸਰ ਤੇ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਪਹਿਲਾ ਹੁਕਮਨਾਮਾ ਪੜ੍ਹਿਆ। ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ। ਇਤਿਹਾਸ ਵਿੱਚ ਇਹ ਦਰਜ ਹੈ ਕਿ ਵਿਆਹ ਹੋਣ ਤੋਂ ਕਾਫੀ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਾ ਹੋਈ। ਇਸ ਕਰਕੇ ਉਹਨਾਂ ਦੀ ਪਤਨੀ ਮਾਤਾ ਗੰਗਾ ਜੀ ਨੂੰ ਉਸਦੇ ਜੇਠ ਜੇਠਾਨੀ ਬਾਬਾ ਪ੍ਰਿਥੀ ਚੰਦ ਤੇ ਬੀਬੀ ਕਰਮੋ ਅਕਸਰ ਉਹਨਾਂ ਨੂੰ ਬੜੇ ਹੀ ਤਾਨੇ ਮਾਰਦੇ ਹੋਏ ਕਹਿੰਦੇ ਕਿ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਘਰ ਬੱਚਿਆਂ ਦੀ ਖੁਸ਼ੀ ਕਦੇ ਵੀ ਨਸੀਬ ਨਾ ਹੋਵੇਗੀ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪ੍ਰਿਥੀ ਚੰਦ ਦਾ ਪੁੱਤਰ ਹੀ ਗੁਰਗੱਦੀ ਦਾ ਵਾਰਸ ਬਣੇਗਾ ਅਤੇ ਸਾਰੀਆਂ ਸੰਗਤਾਂ ਤੋਂ ਆਈਆਂ ਭੇਟਾਂ ਅਤੇ ਜਾਇਦਾਦ ਤੇ ਉਸ ਦਾ ਹੀ ਹੱਕ ਹੋਵੇਗਾ। ਐਦਾਂ ਦੀ ਕੜਵੀ ਗੱਲਾਂ ਜਦੋਂ ਮਾਤਾ ਗੰਗਾ ਜੀ ਦੇ ਕੰਨਾਂ 'ਚ ਪਈਆਂ ਤਾਂ ਉਹਨਾਂ ਨੇ ਆਪਣੇ ਪਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਮਹਾਰਾਜ ਮੇਰੇ ਪਤੀ ਦੇਵ, ਤੁਸੀਂ ਤਾਂ ਦਰਬਾਰ 'ਚ ਆਏ ਸਾਰੇ ਸੰਗਤਾਂ ਦੇ ਸਾਰੇ ਕਸ਼ਟ ਦੂਰ ਕਰ ਦਿੰਦੇ ਹੋ, ਤਾਂ ਮੈਨੂੰ ਵੀ ਕਿਰਪਾ ਕਰਕੇ ਪੁੱਤਰ ਦਾ ਵਰ ਦਿਓ। ਫਿਰ ਉਹਨਾਂ ਨੇ ਕਿਹਾ ਕਿ ਜੇਕਰ ਤੂੰ ਪੁੱਤਰ ਦਾ ਵਰ ਲੈਣਾ ਹੈ ਤਾਂ ਬਾਬਾ ਬੁੱਢਾ ਜੀ ਕੋਲ ਜਾਓ ਤੇ ਉਹਨਾਂ ਅੱਗੇ ਅਰਦਾਸ ਕਰੋ, ਉਹੀ ਤੁਹਾਡੀ ਇੱਛਾ ਪੂਰੀ ਕਰ ਸਕਦੇ ਹਨ। ਇਸ ਤਰ੍ਹਾਂ ਦੇ ਵਚਨ ਸੁਣ ਕੇ ਮਾਤਾ ਗੰਗਾ ਜੀ
अगले दिन 36 किस्मां दा भोजन तैयार करवा के अपनी बहुत सारी दासियां नूं नाल लैके बड़ी शानो शौकत दे नाल सवारी ते सवार होके बाबा बुड्ढा जी दे कोल गई। उस वेले बाबा जी अपने खेतां विच काम कर रहे सन। अचानक धूल उड़दी वेख के बाबा जी ने अपने दास नूं पुछया कि यह धूड़ किवें है? तां उहने कहा कि गुरु जी दे महल आ रहे हन। इत्थे महल दा अर्थ पत्नी लई कीता गया है। बाबा जी दे मुखों अचानक निकलिया कि रामदास दे लोकां नूं क्यों भाजड़ा पै गईयां। फिर माता गंगा जी ने आके उन्हां दे पैरां नूं छू लिया अते भोजन परोसदे होए माता जी कहन लगे, बाबा जी मैनूं पुत्तर प्राप्ति दा वरदान देण दी किरपा करो। यह गल सुन के बाबा जी बोले, मैं तो खुद गुरुआं दा दास हाँ, मेरे कोल वरदान देण दी शक्ति कित्थे? माता जी अजिहे शब्द सुन के निराश होके अपने महल वापस परत गए। गुरु अर्जन देव जी ने यह सब गल सुनन तो बाद कहा, गंगा तुसी तां बाबा जी कोलों शराप लैके आए हो। जे किसे तो कुछ मंगना हुंदा है तां बड़ी सरलता अते निमरता नाल ही मंगिया जांदा है। हंकार अते मान सम्मान दे भाव नूं त्यागना पैंदा है, नाले झुक के मंगिया जांदा है। इस लई हुण अपने हत्थां नाल ਚੱਕੀ ਵਿੱਚ आटा ते चने पी के मिस्सी रोटी बनाओ, नाले प्याज अचार ते लस्सी लैके नंगे पैर पैदल जाके बाबा जी नूं प्रेम पूर्वक भोजन छकाओ। अगले दिन जदों माता जी भोजन लैके नंगे पैर पैदल बाबा जी कोल पुजे तां बाबा जी कहन लगे, मैनूं तां बड़ी ही भुख लगी हुई सी, चंगा होया जे तुसी भोजन लै आए। उन्हां ने भोजन करदियां अपने हत्थां नाल प्याज नूं मुक्की मारदियां कहा कि माता तुहाडे घर तेजस्वी ते प्रतापी बच्चा पैदा होएगा जो इस प्याज वांग तुरकां दे सिर तोड़ देवेगा। अजिहा वर प्राप्त करन तो बाद माता जी नूं श्री हरगोबिंद जी वर्गे महान प्रतापी बच्चे की प्राप्ति हुई। कहा जाता है कि अज भी बाबा बुड्ढा जी दे गुरुद्वारे अमृतसर विखे मिस्सी रोटी अचार प्याज अते लस्सी का लंगर चलाया जाता है। बाबा बुड्ढा जी द्वारा बाल हरगोबिंद जी की सिक्ख्या। बाबा जी ने श्री गुरु अर्जन देव जी के बालक नूं अपनी गोद विच लैके अरदास कीती सी ते नां दिता श्री हरगोबिंद। आप जी ने बाल हरगोबिंद जी नूं गुरमुखी भाषा के अलावा घुड़सवारी तैराकी अते शस्त्र विद्या विच भी निपुण कीता सी। 6वें गुरु श्री हरगोबिंद जी की गुरगद्दी की रस्म भी आप जी द्वारा ही निभाई गई। इस दे नाल ही आप जी ने गुरु जी नूं मीरी अते पीरी 2 तलवारां अपनाईयां। मीरी दी तलवार दुनियावी लोकां दी रख्या लई अते पीरी दी तलवार फकीरी दा प्रतीक सी। बंदी छोड़ दिवस की शुरुआत। इतिहासकारां मुताबिक 1609 ईस्वी विच मुगल शासक जहांगीर ने गुरु हरगोबिंद जी नूं अपने ग्वालियर के किले विच कैद कर दिता सी। जदों यह खबर बाबा जी नूं मिली तां ओह अपनी संगतां नूं लैके उसे पल किले च पुज गए। उन्होंने संगतां नाल मिल के अपने सतगुरु श्री हरगोबिंद जी का ध्यान करके किले की परिक्रमा की होर उन्हां दी जल्द रिहाई होने की अरदास की। सच्चे दिलों कीती अरदास कहते हैं जरूर पूरी हुंदी है। 3 साल कैद कट्टन तो बाद श्री गुरु हरगोबिंद जी 1612 ईस्वी विच रिहा होके अपने घर पुजे। कुदरती ओ दिन दिवाली का दिन सी। बाबा बुड्ढा जी ते पिंड वासियों ने रल के घ्यो दे दीवे बाले अते गुरु जी दे घर वापस आने दी खुशियां मनाईयां। ओ दिन सिखां लई ऐतिहासिक दिन बन गया जिसनूं अज भी गुरु दे प्यारे सिख खुशी नाल मनाउंदे हन। बाबा बुड्ढा जी का आखिरी समा। बाबा जी ने गुरु हरगोबिंद जी तो रामदास अपने पिंड वापस जाने की आग्ञा मंगी कि हे गुरु महाराज, जिस दिन मेरा आखिरी समा होवेगा उस समय सेवक का स्नेहा सुन के आप जी अपने दास बुड्ढा नूं दर्शन देने की कृपालता करना जी। इतिहास च दर्ज है कि 1631 ईस्वी विच बाबा जी ने अपने जीवन का बाकी समा पिंड रामदास विच बतीत किया। 125 वरियां की उम्र होने के बावजूद
आप जी थके नहीं, रुके नहीं, बल्कि संगतां नूं गुरबाणी दा अभ्यास करवांदे रहे। अपना आखिरी समा करीब आउंदा वेख के बाबा जी ने गुरु हरगोबिंद जी नूं किसे दास दे हथ खबर भेजी, हे गुरुदेव, किरपा करके अपने सेवक बुढ़ा दी बेनती स्वीकार करो अते रमदास पिंड आके अपने सेवक नूं दर्शन देने की कृपालता करो। अंतरयामी गुरु हरगोबिंद जी जानते सन कि बाबा जी हुण अपने जीवन के आखिरी पड़ाव ते हन। गुरु हरगोबिंद जी अपने नाल भाई जेठा जी, भाई गुरदास जी अते भाई बिधि चंद जी नूं नाल लैके पिंड रमदास पुजे। बाबा जी नूं देखदिआं ही गुरु जी ने उन्हां दे चरण छू लए। बाबा बुढ़ा जी गुरुआं दे दिलां विच वास करदे सन, हंकार तां तिल मात्र भी नहीं सी। ऐसे वास्ते सारे गुरुआं ने बाबा बुढ़ा जी नूं सेवक ना मन के बल्कि गुरु दे बराबर दा दर्जा दिता। इतिहास विच दर्ज है कि उन्हां आखिरी पलां विच गुरु हरगोबिंद जी ने बाबा जी कोलों पुछया कि तुसी पहली पातशाही तो लैके 6वीं पातशाही तक गुरुआं दे नाल रहे अते उन्हां दे अनमोल बचनां नूं अपने अंदर धारण कीता। किरपा करके मैनूं दसो कि सिੱਖੀ किवें कमाई जाती है। बाबा जी ने अपने हथ जोड़ के कहा कि हे गुरुदेव, मैं एक मामूली जिहा जीव हाँ, मेरे कोल तुहाडे प्रश्न का उत्तर देने की शक्ति कित्थे। इस दे बजाय मेरी इच्छा बल्कि तुसी पूरी करो अते एक बार अपने मूहों कह दिओ कि तुसी अपने सेवक नूं बख्श लिया। उत्थे बैठी संगतां यह दृश्य देख के भावुक हो गईयां। तद गुरु हरगोबिंद जी ने कहा, गुरु नानक जिन सुनिया देखिया से फिर गर्भास ना परियारे। कहा जाता है कि तद संगत ने बाबा जी कोलों पुछया कि सिੱਖੀ किवें कमाई जाती है। इसते बाबा जी कहन लगे, जप करो, तप करो, सिमरन करो, सब कुछ करके बस टेक बाबा नानक जी दी लवो। कहा जाता है कि सारी रात गुरु हरगोबिंद जी ने बाबा जी दे नाल ही बिताई। फिर बाबा जी ने अमृत वेले इशनान करके गुरु जी नूं कहा, तुसी मेरे सामने बैठे रहो, मैं तुहानूं जी भर के वेखना चाहता हाँ। इतिहास च दर्ज है तद बाबा जी ने जपजी साहिब दी बाणी सिमरन करनी शुरू की। आखिरी पौड़ी, जिनी नाम ध्याया गए मशक्कत काल, नानक ते मुख उजले केती छुट्टी नाल। ऐ कहंदियां ही बाबा जी सदा वास्ते ज्योति जोत समा गए। गुरु हरगोबिंद जी ने बाबा जी नूं इशनान करवाया अते उन्हां दे नाल बताए एक एक पल नूं गुरु जी ने चेते कीता। फिर गुरु जी ने बाबा जी दी अर्थी नूं अपना मोढा दिता। बाबा बुढ़ा जी सब नूं बानी दे नाल जोड़ के सदा लई अलोप हो गए। बाबा जी ने जिहड़े स्थान ते अपने आखिरी साह लए उस स्थान ते अजकल गुरुद्वारा श्री समाध बाबा बुढ़ा जी स्थित है। इस तरह दे सन बाबा बुढ़ा जी। वाहेगुरु जी दा खालसा, वाहेगुरु जी दी फतेह।